ਬੇਅੰਤ ਕੌਰ ਨੇ ਆਪਣਾ ਘਰ ਬਦਲ ਲਿਆ। ਬੇਅੰਤ ਕੌਰ ਨੇ ਆਪਣਾ ਨੰਬਰ ਬਦਲ ਲਿਆ। ਬੇਅੰਤ ਕੌਰ ਆਪਣੇ ਘਰ ਦਾ ਐਡਰੈਸ ਲਾਡੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਹੀਂ ਦੇ ਰਹੀ। ਲਾਡੀ ਦੀ ਭੈਣ ਦੇ ਵੱਲੋਂ ਜਦੋਂ ਐਡਰੈਸ ਪੁੱਛਿਆ ਗਿਆ ਸੀ ਤਾਂ ਐਡਰੈਸ ਨਹੀਂ ਦਿੱਤਾ ਗਿਆ ਸੀ, ਜਿਸ ਗੱਲ ਦਾ ਖੁਲਾਸਾ ਖੁਦ ਲਵਪ੍ਰੀਤ ਦੀ ਭੈਣ ਦੇ ਵੱਲੋਂ ਕੀਤਾ ਗਿਆ ਸੀ। ਲਵਪ੍ਰੀਤ ਲਾਡੀ ਦੇ ਵਕੀਲ ਸੁਨੀਲ ਮੱਲਣ ਦਾ ਕਹਿਣਾ ਹੈ ਕਿ ਇਸ ਸਮੇਂ ਉਸ ਦੀ ਜਾਨ ਫਸੀ ਹੋਈ ਹੈ ਤੇ ਜਦ ਤੱਕ ਨਹੀਂ ਫੜੀ ਜਾਂਦੀ ਉਹ ਇਸੇ ਤਰ੍ਹਾਂ ਹੀ ਉਹ ਜ਼ਿਆਦਾ ਤਕਲੀਫ ਦੇ ਵਿੱਚ ਰਹੇਗੀ। ਵਾਕਈ ਹੀ ਬੇਅੰਤ ਕੌਰ ਦੀ ਜਾਨ ਕੁੜੀਕੀ ਦੇ ਵਿੱਚ ਫਸੀ ਹੋਈ ਹੈ ਤੇ ਦੋ ਧਾਰੀ ਤਲਵਾਰ ਹੈ ਜਿਹੜੀ ਉਸ ਦੇ ਸਿਰ ਤੇ ਲਟਕ ਰਹੀ ਹੈ ਕਿ ਉਹ ਡਿਪੋਰਟ ਨਾ ਹੋ ਜਾਵੇ ਅਤੇ ਉਸ ਤੇ ਕੋਈ ਕੇਸ ਨਾ ਚੱਲ ਪਵੇ। ਇਸ ਦੇ ਬਾਵਜੂਦ ਵੀ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਵੀ ਧਾਰਾਵਾਂ ਪੰਜਾਬ 'ਚ ਉਸ 'ਤੇ ਦਰਜ ਹੋਈਆਂ ਨੇ ਉਸ ਦਾ ਕੋਈ ਅਸਰ ਨਹੀਂ ਹੋਣਾ। ਹਾਲਾਂਕਿ ਵਕੀਲਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਾਕਈ ਹੀ ਇਹਨਾਂ ਦਾ ਅਸਰ ਹੋਵੇਗਾ ਤੇ ਜਲਦ ਹੀ ਬੇਅੰਤ ਕੌਰ ਡਿਪੋਰਟ ਵੀ ਹੋਵੇਗੀ। ਤਾਂ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਨਸਾਫ ਜ਼ਰੂਰ ਮਿਲੇਗਾ। ਧਰਨਾ ਪ੍ਰਦਰਸ਼ਨ ਚੁਕਾਉਣ ਲਈ ਕਿਹਾ ਗਿਆ ਸੀ ਉਹ ਜਾਂ ਫਿਰ ਵਾਕਈ ਹੀ ਇਨਸਾਫ ਦਿਵਾਉਣ ਦੇ ਲਈ ਕਿਹਾ ਗਿਆ ਸੀ। ਹਾਲਾਂਕਿ ਪ੍ਰਸ਼ਾਸਨ ਆਪਣਾ ਕੰਮ ਬਿਲਕੁਲ ਸਹੀ ਢੰਗ ਤਰੀਕੇ ਦੇ ਨਾਲ ਕਰ ਰਿਹਾ ਹੈ, ਜਿਵੇਂ ਕਿ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਹੁਣ ਵਿਸ਼ਵਾਸ ਆਉਣਾ ਸ਼ੁਰੂ ਹੋ ਗਿਆ ਹੋਣਾ ਜਦੋਂ 306 ਦਾ ਪਰਚਾ ਬੇਅੰਤ ਕੌਰ ਤੇ ਦਰਜ ਕਰ ਲਿਆ ਗਿਆ। ਦਰਅਸਲ ਪੁਲਿਸ ਨੂੰ ਸਮਾਂ ਚਾਹੀਦਾ ਹੁੰਦਾ ਹੈ ਕਿ ਉਹ ਤਫਤੀਸ਼ ਕਰ ਸਕੇ ਤਾਂ ਕਿ ਕਿਸੇ ਦੇ ਨਾਲ ਬੇਇਨਸਾਫੀ ਨਾ ਹੋ ਜਾਵੇ। ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀ ਜੁੜੇ ਹੋਏ ਸਨ ਪੁਲਿਸ ਦੇ ਅਤੇ ਇੱਕ ਖਾਸ ਟੀਮ ਬਣਾਈ ਗਈ ਸੀ ਜਿਸ ਦੇ ਵੱਲੋਂ ਸਾਰੀ ਪੁੱਛ ਪੜਤਾਲ ਇਸ ਮਾਮਲੇ ਸੰਬੰਧੀ ਗੰਭੀਰਤਾ ਦੇ ਨਾਲ ਅਤੇ ਡੂੰਘਾਈ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਸੀ। ਬੇਅੰਤ ਕੌਰ ਦੀਆਂ ਇੰਟਰਵਿਊਜ਼ ਫਿਕਸ ਹੁੰਦੀਆਂ ਨੇ। ਵਕੀਲ ਸਾਹਿਬ ਦਾ ਇਹ ਵੀ ਕਹਿਣਾ ਸੀ ਲਵਪ੍ਰੀਤ ਲਾਡੀ ਦੇ ਵਕੀਲ ਦਾ ਤੇ ਕਿਹਾ ਗਿਆ ਕਿ ਪਾਸਪੋਰਟ ਰੀਨਿਊ ਕਰਕੇ ਨਾਮ ਕਿਉਂ ਨਹੀਂ ਲਿਖਵਾਇਆ ਗਿਆ ਲਵਪ੍ਰੀਤ ਦਾ। ਮੇਨ ਮੁੱਦਾ ਜਿਹੜਾ ਬਣਦਾ ਉਹ ਇਹੀ ਹੈ ਕਿ ਜੇਕਰ ਉਸਨੇ ਪਹਿਲਾਂ ਸਿੰਗਲ ਲਿਖਵਾਇਆ ਸੀ ਠੀਕ ਹੈ, ਕਿਉਂਕਿ ਉਹ ਜਿਸ ਸਮੇਂ ਸਿੰਗਲ ਸੀ ਉਦੋਂ ਹੀ ਕੈਨੇਡਾ ਚਲੀ ਗਈ ਸੀ, ਪਰ ਜਦੋਂ ਉਹ ਵਾਪਸ ਆਈ ਸੀ 10 ਦਿਨ ਲਾਡੀ ਦੇ ਘਰ ਲਗਾ ਕੇ ਗਈ ਸੀ ਤਾਂ ਪਾਸਪੋਰਟ ਰੀਨਿਊ ਕਰਵਾਇਆ ਹੋਣਾ ਤਾਂ ਉਸ ਉੱਪਰ ਲਵਪ੍ਰੀਤ ਲਾਡੀ ਦਾ ਨਾਮ ਕਿਉਂ ਨਹੀਂ ਲਿਖਵਾਇਆ ਗਿਆ, ਕਿਉਂ ਨਹੀਂ ਦੱਸਿਆ ਗਿਆ ਕਿ ਉਸਦਾ ਇੱਕ ਪਤੀ ਵੀ ਹੈ। ਕਾਲਜ ਦੇ ਵਿੱਚ ਵੀ ਕਿ ਉਸਨੇ ਮੈਰਿਟਲ ਸਟੇਟਸ ਸਿੰਗਲ ਲਿਖਵਾਇਆ ਹੋਇਆ ਹੈ। ਹਾਲਾਂਕਿ ਵਕੀਲਾਂ ਦੇ ਵੱਲੋਂ ਸਾਫ਼ ਤੌਰ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਪੁਖਤਾ ਸਬੂਤ ਪਹੁੰਚ ਚੁੱਕੇ ਨੇ ਕਿ ਬੇਅੰਤ ਕੌਰ ਨੇ ਆਪਣਾ ਸਟੇਟਸ ਸਿੰਗਲ ਹੀ ਲਿਖਿਆ ਹੋਇਆ ਹੈ। ਲਾਕਡਾਊਨ ਦੇ ਵਿੱਚ ਉਹਦਾ ਲਵਪ੍ਰੀਤ ਲਾਡੀ ਨੂੰ ਫੋਨ ਨਾ ਕਰਨਾ, ਲਵਪ੍ਰੀਤ ਲਾਡੀ ਦੇ ਨਾਲ ਬੇਅੰਤ ਕੌਰ ਦੀ ਸਹੇਲੀਆਂ ਦੀ ਚੈਟ ਸਾਹਮਣੇ ਆਉਣਾ, ਜਿਸ ਤੋਂ ਕਿ ਇਹ ਗੱਲ ਸਾਬਿਤ ਹੁੰਦੀ ਹੈ ਕਿ ਬੇਅੰਤ ਕੌਰ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕਰਦੀ ਸੀ। ਇਸ ਕਰਕੇ ਉਹ ਉਸ ਦੀਆਂ ਸਹੇਲੀਆਂ ਤੋਂ ਉਸ ਬਾਰੇ ਜਾਣਕਾਰੀ ਲੈਂਦਾ ਸੀ। ਲਾਡੀ ਨੂੰ ਸ਼ੱਕ ਹੀ ਨਹੀਂ ਸਗੋਂ ਯਕੀਨ ਹੋ ਗਿਆ ਸੀ, ਜਿਵੇਂ ਕਿ ਲਵਪ੍ਰੀਤ ਲਾਡੀ ਦੀ ਭੈਣ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਬਦੀਪ ਬਾਰੇ ਸਾਰੀ ਜਾਣਕਾਰੀ ਲਾਡੀ ਨੂੰ ਮਿਲ ਚੁੱਕੀ ਸੀ, ਜਿਸ ਕਰਕੇ ਉਹ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਤਾਂ ਇਸ ਤੋਂ ਬਾਅਦ ਇੱਕ ਨਹੀਂ ਸਗੋਂ ਕਈ ਚੈਟ ਸਾਹਮਣੇ ਆ ਚੁੱਕੀਆਂ ਨੇ, ਜਿਸ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਲਵਪ੍ਰੀਤ ਅਤੇ ਬੇਅੰਤ ਕੌਰ ਦੀ ਲੜਾਈ ਹੁੰਦੀ ਰਹਿੰਦੀ ਸੀ ਜਾਂ ਫਿਰ ਹੋਈ ਸੀ, ਜਿਸ ਦਾ ਜ਼ਿਕਰ ਲਵਪ੍ਰੀਤ ਲਾਡੀ ਦੇ ਵੱਲੋਂ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਹੁਣ ਤੱਕ ਉਹੀ ਗੱਲਾਂ ਨੂੰ ਲੈ ਕੇ ਬੈਠੇ ਹੋ। ਆਖਿਰਕਾਰ ਉਹ ਕਿਹੜੀਆਂ ਗੱਲਾਂ ਸੀ ਇਹਨਾਂ ਦਾ ਵੀ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਬੇਅੰਤ ਕੌਰ ਸਾਹਮਣੇ ਜ਼ਰੂਰ ਆਉਂਦੀ ਹੈ ਪਰ ਇਹ ਕਹਿੰਦੀ ਹੈ ਕਿ ਸਾਡੀ ਗੱਲ ਚੈਟ ਤੋਂ ਇਲਾਵਾ ਫੋਨ ਤੇ ਰਾਹੀਂ ਵੀ ਹੁੰਦੀ ਸੀ ਤੇ ਅਸੀਂ ਫੋਨ ਤੇ ਲੜਾਈ ਨਹੀਂ ਕਰਦੇ ਸੀ। ਬੇਅੰਤ ਕੌਰ ਦੇ ਪਰਿਵਾਰਿਕ ਮੈਂਬਰ ਲਾਡੀ ਦੇ ਘਰ ਭੋਗ ਤੋਂ ਬਾਅਦ ਵੀ ਆਏ, ਸਾਰੀਆਂ ਰਸਮਾਂ ਪੂਰੀਆਂ ਕਰਕੇ ਗਏ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਸਾਨੂੰ ਮਾੜਾ ਸ਼ਬਦ ਨਹੀਂ ਬੋਲੇ। ਬੇਅੰਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਮੰਨਿਆ ਕਿ ਲਵਪ੍ਰੀਤ ਲਾਡੀ ਦੀ ਪਰਿਵਾਰਿਕ ਮੈਂਬਰ ਉਸਦੀ ਫੈਮਿਲੀ ਇੰਨੀ ਵਧੀਆ ਅਤੇ ਸ਼ਰੀਫ ਹੈ ਕਿ ਉਹਨਾਂ ਨੇ ਬੇਅੰਤ ਕੌਰ ਦੇ ਮਾਪਿਆਂ ਨੂੰ ਕੋਈ ਮਾੜਾ ਸ਼ਬਦ ਨਹੀਂ ਬੋਲਿਆ। ਪਰ ਉਹਨਾਂ ਦੇ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਕਿ ਪਹਿਲਾਂ ਸਾਨੂੰ ਕਿਹਾ ਸੀ ਕਿ ਅਟੈਕ ਹੋ ਗਿਆ, ਨੱਕ ਦੇ ਵਿੱਚੋਂ ਖੂਨ ਆ ਰਿਹਾ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਸੁਸਾਈਡ ਦੱਸਣਾ ਸ਼ੁਰੂ ਕਰ ਦਿੱਤਾ। ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਖੁਦਕੁਸ਼ੀ ਹੀ ਕੀਤੀ ਗਈ ਹੈ ਲਵਪ੍ਰੀਤ ਲਾਡੀ ਦੇ ਵੱਲੋਂ। ਪਰ ਕੀ ਬੇਅੰਤ ਕੌਰ ਨੇ ਲਵਪ੍ਰੀਤ ਲਾਡੀ ਦੀ ਫਾਈਲ ਇੰਨੇ ਸਮੇਂ ਦੇ ਵਿੱਚ ਕਦੇ ਵੀ ਨਹੀਂ ਲਗਾਈ? ਇਸ ਦਾ ਜਵਾਬ ਇੰਟਰਵਿਊ ਦੇ ਵਿੱਚ ਬੇਅੰਤ ਕੌਰ ਨੇ ਇਹ ਦਿੱਤਾ ਸੀ ਕਿ ਮੈਂ ਲਗਾਈ ਸੀ ਪਰ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋ ਪਾਈ ਕਿਉਂਕਿ ਲੋਕਡਾਊਨ ਚੱਲ ਰਿਹਾ ਸੀ। ਦੂਸਰੇ ਪਾਸੇ ਸੁਖਵਿੰਦਰ ਕੌਰ ਜੋ ਕਿ ਬੇਅੰਤ ਕੌਰ ਦੇ ਮਾਤਾ ਜੀ ਨੇ, ਉਹਨਾਂ ਦਾ ਕਹਿਣਾ ਸੀ ਕਿ 6 ਮਹੀਨੇ ਪੁਰਾਣੀ ਫਾਈਲ ਲੱਗਦੀ ਹੁੰਦੀ ਹੈ ਅਤੇ ਲਾਕਡਾਊਨ ਦੇ ਵਿੱਚ ਐਮਬੈਸੀ ਬੰਦ ਸੀ, ਫਲਾਈਟਸ ਬੰਦ ਸੀ। ਫਲਾਈਟਸ ਹੁਣ ਵੀ ਬੰਦ ਹੋਣ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ
ਭਾਰਤ ਦੇ ਵਿੱਚੋਂ ਜਾਣ ਦਾ ਕੋਈ ਤਰੀਕਾ ਨਹੀਂ ਸੀ, ਪਰ ਬੇਅੰਤ ਕੌਰ ਨੇ ਕੋਸ਼ਿਸ਼ ਜ਼ਰੂਰ ਕੀਤੀ ਸੀ। ਲਵਪ੍ਰੀਤ ਲਾਡੀ ਦੀ ਭੈਣਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਬੁਰੇ ਨੇ। ਉਹਨਾਂ ਨੂੰ ਹੁਣ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਉਹ ਮਾਡਲ ਬਣ ਕੇ ਬੈਠਦੀ ਹੈ, ਇੰਟਰਵਿਊਜ਼ ਦੇ ਰਹੀ ਹੈ, ਚੈਟ ਦੇ ਵਿੱਚ ਲੜਾਈ ਹੁੰਦੀ ਸੀ ਅਤੇ ਬਾਹਰੋਂ ਸਾਫ਼ ਹੋਇਆ ਕਿ ਰਵਪ੍ਰੀਤ ਦੇ ਨਾਲ ਉਸ ਦੀ ਗੱਲ ਹੁੰਦੀ ਹੈ। ਜਦੋਂ ਐਡਰੈਸ ਨਹੀਂ ਭੇਜਿਆ ਗਿਆ ਤਾਂ ਉਸ ਤੋਂ ਬਾਅਦ ਹੋਰ ਵੀ ਕਈ ਗੱਲਾਂ ਸਾਫ਼ ਹੋ ਗਈਆਂ। ਲਵਪ੍ਰੀਤ ਦੀ ਭੈਣ ਦਾ ਕਹਿਣਾ ਸੀ ਕਿ ਮੈਂ ਚਾਹੁੰਦੀ ਸੀ ਕਿ ਕੋਈ ਜਾ ਕੇ ਉਸ ਦਾ ਸਾਥ ਦੇ ਦੇਵੇ ਤਾਂ ਕਿ ਬੇਅੰਤ ਕੌਰ ਨੂੰ ਸਹਾਰਾ ਮਿਲ ਸਕੇ, ਪਰ ਉਸਨੇ ਆਪਣਾ ਐਡਰੈਸ ਸਾਂਝਾ ਨਹੀਂ ਕੀਤਾ। ਭੈਣਾਂ ਦਾ ਕਹਿਣਾ ਸੀ ਕਿ ਇੱਥੇ ਸਾਥ ਸ਼ਾਇਦ ਉਹਨੂੰ ਰਵਦੀਪ ਦਾ ਮਿਲ ਹੀ ਰਿਹਾ, ਇਸੇ ਕਰਕੇ ਉਸਨੂੰ ਹੋਰ ਕਿਸੇ ਦੇ ਸਾਥ ਦੀ ਜ਼ਰੂਰਤ ਨਹੀਂ ਹੈ। ਲਾਡੀ ਦੀ ਭੈਣ ਦੇ ਵੱਲੋਂ ਇੱਥੇ ਤੱਕ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਉਹ ਜਨੇਤਪੁਰ ਵਾਲਿਆਂ ਦੀ ਹੀ ਨੂੰਹ ਬਣਦੀ ਹੈ, ਕਿਉਂਕਿ ਉਸਨੇ ਉਹ ਸਾਰੇ ਹੱਕ ਜਿਹੜੇ ਲਾਡੀ ਦੇ ਸੀ ਉਹ ਰਵਦੀਪ ਨੂੰ ਦੇ ਦਿੱਤੇ ਨੇ। ਲਵਪ੍ਰੀਤ ਦੇ ਆਖਰੀ ਦਿਨ ਸੀ ਜਿਸ ਸਮੇਂ ਉਸਨੇ 2 ਵਜੇ ਕੇ ਰਾਤ ਦੇ 8 ਵਜੇ ਤੱਕ ਲਗਾਤਾਰ ਫੋਨ ਕਾਲਸ ਕੀਤੀਆਂ ਸੀ ਅਤੇ ਉਸ ਤੋਂ ਬਾਅਦ ਅੱਕ ਕੇ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ ਸੀ। ਤਾਂ ਕਿੰਨੇ ਹੀ ਲੋਕਾਂ ਦੇ ਵੱਲੋਂ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਕਿ ਵਿਦੇਸ਼ ਤੱਕ ਲਿਜਾਇਆ ਜਾਵੇਗਾ। ਇਸ ਦੇ ਵਿੱਚ ਸਿਰਫ ਲਾਡੀ ਲਈ ਨਹੀਂ ਸਗੋਂ ਉਹਨਾਂ ਸਾਰੇ ਮੁੰਡਿਆਂ ਦੇ ਲਈ ਇਨਸਾਫ ਮੰਗਿਆ ਜਾਵੇਗਾ ਜਿਨ੍ਹਾਂ ਦੀ ਪਤਨੀਆਂ ਦੇ ਵੱਲੋਂ ਉਹਨਾਂ ਨੂੰ ਧੋਖਾ ਦਿੱਤਾ ਗਿਆ। ਪਰ ਦੂਸਰੇ ਪਾਸੇ ਉਹਨਾਂ ਕੇਸਾਂ ਦੀ ਵੀ ਕੋਈ ਕਮੀ ਨਹੀਂ ਹੈ ਜਿੱਥੇ ਕਿ ਮੁੰਡਿਆਂ ਦੇ ਵੱਲੋਂ ਕੁੜੀਆਂ ਨੂੰ ਧੋਖਾ ਦਿੱਤਾ ਗਿਆ ਤੇ ਕੁੜੀਆਂ ਇੱਥੇ ਆਪਣੇ ਮਾਪਿਆਂ ਦੇ ਕੋਲ ਆਪਣੀ ਔਲਾਦ ਦੇ ਨਾਲ ਰਹਿ ਰਹੀਆਂ ਨੇ ਤੇ ਕੈਨੇਡਾ ਅਮਰੀਕਾ ਰਹਿੰਦੇ ਉਹਨਾਂ ਦੇ ਪਤੀ ਉਹਨਾਂ ਪਤਨੀਆਂ ਦੀ ਸਾਰ ਵੀ ਨਹੀਂ ਲੈ ਰਹੇ ਜਿਨ੍ਹਾਂ ਨੂੰ ਉਹ ਪਿੱਛੇ ਪੰਜਾਬ ਦੇ ਵਿੱਚ ਵਿਆਹ ਤੋਂ ਬਾਅਦ ਛੱਡ ਕੇ ਗਏ ਨੇ। ਇਹ ਗੱਲ ਇੱਕ ਵਾਰ ਨਹੀਂ ਸਗੋਂ ਕਿੰਨੀ ਵਾਰ ਵਕੀਲਾਂ ਦੇ ਵੱਲੋਂ ਦੱਸਿਆ ਜਾ ਚੁੱਕਿਆ ਹੈ ਕਿ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਐਪਲੀਕੇਸ਼ਨਸ ਦੇ ਵਿੱਚ ਬੇਅੰਤ ਕੌਰ ਦੇ ਵੱਲੋਂ ਕਾਫੀ ਗਲਤੀਆਂ ਕੀਤੀਆਂ ਗਈਆਂ ਨੇ, ਜਿਵੇਂ ਕਿ ਉਸਨੇ ਆਪਣੇ ਆਪ ਨੂੰ ਵਿਆਹੀ ਨਹੀਂ ਸਗੋਂ ਕੁਆਰੀ ਲਿਖਾਇਆ ਹੋਇਆ, ਸਿੰਗਲ ਲਿਖਵਾਇਆ ਹੋਇਆ। ਇਸ ਤੇ ਕਹਿਣਾ ਸੀ ਵਕੀਲਾਂ ਦਾ ਕਿ ਧਾਰਾ 140 ਹੈ ਜਿਹੜੀ ਉਹ ਲੱਗੇਗੀ, ਵੀਜ਼ਾ ਉਸਦਾ ਕੈਂਸਲ ਹੋਵੇਗਾ ਜਾਂ ਫਿਰ ਉਹ ਡਿਪੋਰਟ ਹੋਵੇਗੀ। ਬਸ ਕੁਝ ਹੀ ਮਹੀਨਿਆਂ ਦਾ ਇੰਤਜ਼ਾਰ ਹੈ। ਇਸ ਗੱਲ ਦਾ ਦਾਅਵਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਹਿਲਾਂ ਹੀ ਕੀਤਾ ਜਾ ਰਿਹਾ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਨਸ਼ਾ ਨਹੀਂ ਆ ਸਕਦਾ, ਕਿਉਂਕਿ ਡੈੱਡ ਬੋਡੀ ਦੇ ਕੋਲ ਲਾਡੀ ਦੇ ਪਿਤਾ ਜੀ ਖੁਦ ਮੌਜੂਦ ਸਨ ਅਤੇ ਇਸ ਗੱਲ ਨੂੰ ਸਰਾਸਰ ਇਲਜ਼ਾਮ ਦੱਸਿਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਲਾਡੀ ਨਸ਼ੇ ਕਰਦਾ ਸੀ। ਇਸ ਕੇਸ ਦੇ ਵਿੱਚ ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ ਲੋਕਾਂ ਦੇ ਨਾਲ ਖਾਸ ਤੌਰ ਤੇ ਇਹ ਵਾਅਦਾ ਕੀਤਾ ਗਿਆ ਕਿ ਉਹ ਜਲਦ ਹੀ ਬੇਅੰਤ ਕੌਰ ਨੂੰ ਡਿਪੋਰਟ ਕਰਵਾ ਕੇ ਰਹਿਣਗੇ। ਵੀਜ਼ਾ ਐਕਸਟੈਂਡ ਕੰਪਨੀ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਅਤੇ ਵੱਖ-ਵੱਖ ਦੇਸ਼ਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਬੇਅੰਤ ਕੌਰ ਦੇ ਉੱਪਰ ਕਿਹੜਾ ਮਾਮਲਾ ਦਰਜ ਹੈ ਅਤੇ ਉਸ 'ਤੇ ਕਈ ਧਾਰਾਵਾਂ ਲੱਗ ਚੁੱਕੀਆਂ ਨੇ। ਕਨਫਰਮੇਸ਼ਨ ਮੇਲ ਵੀ ਬਾਹਰਲੇ ਦੇਸ਼ਾਂ ਤੋਂ ਵਕੀਲ ਸੁਨੀਲ ਮੱਲਣ ਨੂੰ ਆ ਰਹੀਆਂ ਨੇ ਜਿਸ ਗੱਲ ਦਾ ਉਹ ਦਾਅਵਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਜਲਦ ਹੀ ਨਾ ਸਿਰਫ ਬੇਅੰਤ ਕੌਰ ਸਗੋਂ ਰਵਦੀਪ ਅਤੇ ਉਸਦੀ ਨਾਲ ਰਹਿੰਦੀਆਂ ਸਹੇਲੀਆਂ 'ਤੇ ਵੀ ਪੂਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਕ ਨਹੀਂ ਸਗੋਂ ਹੋਰ ਵੀ ਕਈ ਧਾਰਾਵਾਂ ਲੱਗਦੀਆਂ ਨੇ। ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸਨੇ ਸਿੰਗਲ ਲਿਖਵਾਇਆ ਹੋਇਆ, ਗਲਤ ਡਾਕੂਮੈਂਟ ਪੇਸ਼ ਕੀਤੇ ਨੇ। 120B 465 467 471 ਤੇ ਹੋਰ ਵੀ ਕਈ ਧਾਰਾਵਾਂ ਜੋ ਵੀ ਬਣਦੀਆਂ ਹੋਣਗੀਆਂ ਸਭ ਲੱਗਣਗੀਆਂ, ਇਹ ਕਹਿਣਾ ਸੀਗਾ ਵਕੀਲ ਸੁਨੀਲ ਮੱਲਣ ਦਾ। ਕਿਉਂਕਿ ਬੇਅੰਤ ਕੌਰ ਨੇ ਆਪਣੇ ਪਤੀ ਨੂੰ ਮਰਨ ਦੇ ਲਈ ਉਕਸਾਇਆ, ਇਹ ਧਾਰਾ ਪਹਿਲਾਂ ਹੀ ਲੱਗ ਚੁੱਕੀ ਹੈ। ਇਸ ਕਰਕੇ ਮੀਡੀਆ ਅਤੇ ਜਥੇਬੰਦੀਆਂ ਦੇ ਇਕੱਠ ਤੋਂ ਬਾਅਦ ਇਨਸਾਫ ਦੀ ਉਮੀਦ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਬਹੁਤੇ ਸਾਰੇ ਲੋਕ ਕਦੇ ਵੀ ਨਹੀਂ ਇਸ ਕੇਸ ਨੂੰ ਦਬਣ ਦੇਣਗੇ। ਭਾਵੇਂ ਕਿ ਕੋਈ ਲੱਖ ਸੋਚ ਲਵੇ ਕਿ ਵੋਟਾਂ ਦਾ ਸਮਾਂ ਆਵੇਗਾ ਤਾਂ ਵੱਖ-ਵੱਖ ਗੱਲਾਂ ਦੇ ਵਿੱਚ ਲੋਕ ਉਲਝ ਕੇ ਰਹਿ ਜਾਣਗੇ, ਪਰ ਇਸ ਕੇਸ ਨੂੰ ਕਿਸੇ ਵੀ ਹਾਲ ਦੇ ਵਿੱਚ ਦਬਣ ਨਹੀਂ ਦਿੱਤਾ ਜਾਵੇਗਾ। ਹਰ ਇੱਕ ਮਾਮਲੇ ਦੇ ਵਿੱਚ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਸਮੇਂ ਸਿਰ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਉਮੀਦਾਂ ਦੇ ਨਾਲ ਜ਼ਿੰਦਗੀ ਦੀਆਂ ਡੋਰਾਂ ਵੀ ਟੁੱਟਦੀਆਂ ਜਾਂਦੀਆਂ ਨੇ। ਵਿਸਟਾ ਰਿਪੋਰਟ ਸਾਹਮਣੇ ਆ ਚੁੱਕੀ ਹੈ। ਕਿਹਾ ਗਿਆ ਕਿ ਮਾਫੀ ਮੰਗ ਲਵੇ ਬੇਅੰਤ ਕੌਰ। ਨਸੀਹਤ ਦਿੱਤੀ ਗਈ ਬੇਅੰਤ ਕੌਰ ਨੂੰ ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ। ਇਸ ਦੇ ਨਾਲ ਹੀ ਉਹਨਾਂ ਨੇ ਧੋਖੇਬਾਜ਼ ਪਤੀ ਪਤਨੀਆਂ ਨੂੰ ਤਾੜਨਾ ਵੀ ਦਿੱਤੀ ਸੀ। ਪਰ ਦੂਸਰੇ ਪਾਸੇ ਬੇਅੰਤ ਕੌਰ ਦੇ ਰਿਸ਼ਤੇਦਾਰਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਹਾਲੇ ਤੱਕ ਆਈ ਹੀ ਨਹੀਂ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਜੇਕਰ ਆਈ ਹੁੰਦੀ ਤਾਂ ਵਕੀਲਾਂ ਦੇ ਵੱਲੋਂ ਦਿਖਾਈ ਜਾਣੀ ਸੀ, ਪੜ੍ਹੀ ਜਾਣੀ ਸੀ। ਤਾਂ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਜੇਕਰ ਪੋਸਟਮਾਰਟਮ ਦੀ ਰਿਪੋਰਟ ਹੈ ਤਾਂ ਉਸ ਨੂੰ ਸਾਹਮਣੇ ਪੇਸ਼ ਕੀਤਾ ਜਾਵੇ।
ਇਸ ਗੱਲ ਨੂੰ ਤਰਕ ਦਿੱਤਾ ਜਾ ਰਿਹਾ ਹੈ ਕਿ ਬਾਡੀ ਦੇ ਵਿੱਚ ਪੋਇਜ਼ਨ ਸੀ, ਪਰ ਉਹ ਲੀਵਰ ਦੇ ਰਾਹੀਂ ਗਿਆ ਅੰਦਰ ਜਾਂ ਫਿਰ ਖੂਨ ਦੇ ਵਿੱਚ ਇੰਜੈਕਟ ਕੀਤਾ ਗਿਆ ਸੀ। ਕਈ ਤਰ੍ਹਾਂ ਦੇ ਸਵਾਲ ਅਤੇ ਸ਼ੰਕਾਵਾਂ ਹਾਲੇ ਬੇਅੰਤ ਕੌਰ ਦੇ ਰਿਸ਼ਤੇਦਾਰ ਦੇ ਮਨ ਦੇ ਵਿੱਚ ਵੀ ਨੇ। ਕਲੋਰੋ ਨੂੰ ਪੀਤਾ ਗਿਆ ਸੀ, ਇਸ ਗੱਲ ਨੂੰ ਮੰਨਣ ਦੇ ਲਈ ਹਾਲੇ ਤੱਕ ਵੀ ਬੇਅੰਤ ਕੌਰ ਦੇ ਪਰਿਵਾਰਕ ਮੈਂਬਰ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰ ਜੋ ਕਿ ਸਾਹਮਣੇ ਆ ਕੇ ਗੱਲਬਾਤ ਕਰ ਰਹੇ ਨੇ, ਇਹ ਮੰਨਣ ਨੂੰ ਤਿਆਰ ਨਹੀਂ ਜਾਪ ਰਹੇ। ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪਰਚੇ ਭਾਵੇਂ 50 ਪਾ ਲਵੋ, ਇਸ ਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਕੈਨੇਡਾ ਦੇ ਵਿੱਚ ਰਹਿੰਦੀ ਹੈ। ਕ੍ਰਾਈਮ ਕਰਕੇ ਲੋਕ ਕੈਨੇਡਾ ਭੱਜਦੇ ਨੇ ਤੇ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਤੇ ਕ੍ਰਾਈਮ ਦਾ ਕੇਸ ਪਾ ਕੇ ਉਸ ਨੂੰ ਰਿਪੋਰਟ ਨਹੀਂ ਕਰਵਾ ਸਕਦੇ। ਕੀ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੈ ਜਿਸ ਤਰ੍ਹਾਂ ਦੇ ਨਾਲ ਬੇਅੰਤ ਕੌਰ ਦੇ ਰਿਸ਼ਤੇਦਾਰਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ? ਪਰ ਜੇਕਰ ਇਹ ਸਾਰੀਆਂ ਗੱਲਾਂ ਸੱਚ ਸਾਬਿਤ ਹੁੰਦੀਆਂ ਨੇ ਤਾਂ ਉਹਨਾਂ ਕਈ ਜਿਹੜੇ ਹਜ਼ਾਰਾਂ ਮੁੰਡੇ ਕੁੜੀਆਂ ਪੰਜਾਬ ਦੇ ਵਿੱਚ ਨੇ, ਪੂਰੇ ਇੰਡੀਆ ਦੇ ਵਿੱਚ ਨੇ, ਉਹਨਾਂ ਦਾ ਕੀ ਬਣੇਗਾ ਜੇਕਰ ਅਜਿਹਾ ਹੀ ਹੁੰਦਾ ਰਿਹਾ ਕਿ ਵਿਦੇਸ਼ ਦੇ ਵਿੱਚ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਹੋਵੇਗੀ। ਪਰ ਦੂਸਰੇ ਪਾਸੇ ਕੈਨੇਡਾ ਦੇ ਵਕੀਲ ਜਿਹੜੇ ਕਿ ਕੈਨੇਡਾ ਦੇ ਸਾਰੇ ਕਾਨੂੰਨੀ ਰੰਗਾਂ ਨੂੰ ਬਾਖੂਬੀ ਜਾਣਦੇ ਨੇ, ਪੂਰਾ ਕਾਨੂੰਨ ਉਹਨਾਂ ਨੇ ਪੜ੍ਹਿਆ ਹੋਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਮੇਰੇ ਕੋਲ ਆ ਚੁੱਕੀ ਹੈ ਅਤੇ ਕਿਹਾ ਗਿਆ ਕਿ ਜੇਕਰ ਬੇਅੰਤ ਕੌਰ ਤੇ 420 ਅਤੇ 306 ਦੀ ਧਾਰਾ ਨਾ ਵੀ ਲੱਗੀ ਹੁੰਦੀ ਫਿਰ ਵੀ ਮੈਂ ਉਸ ਨੂੰ ਡਿਪੋਰਟ ਕਰਵਾ ਕੇ ਹਟਣਾ ਸੀ। ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿ ਕਿਸ ਬੇਸ ਤੇ ਉਹਨਾਂ ਨੇ ਡਿਪੋਰਟ ਕਰਵਾਉਣਾ ਸੀ। ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਕਾਨੂੰਨ ਮੁਤਾਬਕ ਵਰਕ ਪਰਮਿਟ ਐਪਲੀਕੇਸ਼ਨ, ਸਟੱਡੀ ਵੀਜ਼ਾ ਐਪਲੀਕੇਸ਼ਨ ਜਿਸ ਦੇ ਵਿੱਚ ਗਲਤੀਆਂ ਪਾਈਆਂ ਗਈਆਂ ਨੇ, ਇਸ ਕਰਕੇ ਇਹ ਕੇਸ ਭਾਵੇਂ ਇੱਥੇ ਚੱਲਦਾ ਰਹੇਗਾ। ਜਦੋਂ ਸਵਾਲ ਪੁੱਛਿਆ ਗਿਆ ਕਿ 5 ਸਾਲ ਲਈ ਬੈਨ ਲਗਾਇਆ ਜਾ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਵੱਡੇ ਨਾਮੀ ਬੰਦਿਆਂ ਦੇ ਵੀ ਬੈਨ ਲੱਗੇ ਨੇ ਜਿਹੜੇ ਕਿ ਕਾਫੀ ਮਸ਼ਹੂਰ ਨੇ, ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਤਾਂ ਫਿਰ ਬੇਅੰਤ ਕੌਰ ਕੀ ਚੀਜ਼ ਹੈ? ਕ੍ਰਾਈਮ ਕਰਕੇ ਲੋਕ ਬਾਹਰ ਜ਼ਰੂਰ ਜਾਂਦੇ ਨੇ, ਉਹਨਾਂ ਦਾ ਕੁਝ ਨਹੀਂ ਕਰ ਸਕਦੇ। ਇਹਨਾਂ ਗੱਲਾਂ ਨੂੰ ਸੋਚਣ ਵਾਲੇ ਲੋਕ ਆਪਣੇ ਦਿਮਾਗ 'ਚੋਂ ਇਹ ਗੱਲ ਕੱਢ ਦੇਣ ਕਿਉਂਕਿ ਬੀਤੀ ਦਿਨੀ ਵੀ ਇੱਕ ਮੁੰਡੇ ਨੂੰ ਡਿਪੋਰਟ ਕੀਤਾ ਗਿਆ ਸੀ ਜਿਸ ਨੇ ਕਿ ਕੈਨੇਡਾ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਸਨ। ਦੂਸਰਾ ਸਵਾਲ ਜਿਹੜਾ ਬੇਅੰਤ ਕੌਰ ਦੇ ਰਿਸ਼ਤੇਦਾਰ ਦੇ ਵੱਲੋਂ ਖੜਾ ਕੀਤਾ ਜਾ ਰਿਹਾ ਸੀ ਕਿ ਲੀਵਰ ਦੇ ਰਾਹੀਂ ਗਿਆ ਹੈ ਪੋਇਜ਼ਨ ਜਾਂ ਫਿਰ ਬਲੱਡ ਦੇ ਰਾਹੀਂ, ਇਸ ਦਾ ਵੀ ਜਵਾਬ ਦਿੱਤਾ ਗਿਆ ਸੀ। ਅਸ਼ੋਕ ਅਰੋੜਾ ਕੈਨੇਡੀਅਨ ਵਕੀਲ ਨੇ ਜਿਹੜੇ ਲਵਪ੍ਰੀਤ ਲਾਡੀ ਦੇ ਉਹਨਾਂ ਦੇ ਵੱਲੋਂ, ਉਹਨਾਂ ਨੇ ਕਿਹਾ ਕਿ ਚਾਹੇ ਇੰਜੈਕਟ ਕੀਤਾ ਹੋਵੇ ਚਾਹੇ ਪੀਤੀ ਹੋਵੇ, ਪਰ ਰੀਜ਼ਨ ਇਹੀ ਹੈ ਕਿ ਉਹਨਾਂ ਨੇ ਸੁਸਾਈਡ ਕੀਤਾ ਸੀ। ਤਰੀਕਾ ਕੋਈ ਵੀ ਹੋ ਸਕਦਾ ਹੈ ਪਰ ਮਕਸਦ ਉਹਨਾਂ ਦਾ ਹੀ ਸੀ ਕਿ ਉਸਨੇ ਸੁਸਾਈਡ ਕੀਤਾ। ਇਸ ਕਰਕੇ ਬੇਅੰਤ ਕੌਰ ਤੇ ਸਾਰੀਆਂ ਧਾਰਾਵਾਂ ਲੱਗਣਗੀਆਂ ਤੇ ਜੇਕਰ ਉਹ ਉੱਥੇ ਆਪਣੇ ਬਚਾਅ ਨੂੰ ਲੈ ਕੇ ਕੁਝ ਸੋਚਦੀ ਹੈ ਤਾਂ ਉਹ ਇਹ ਗੱਲ ਜਾਣ ਲਵੇ ਕਿ ਕ੍ਰਿਮੀਨਲਸ ਨੂੰ ਅਸਾਈਲਮ ਨਹੀਂ ਮਿਲਦੀ। ਵਕੀਲਾਂ ਦੇ ਵੱਲੋਂ ਬਾਰ-ਬਾਰ ਇਹ ਤਾੜਨਾ ਦਿੱਤੀ ਜਾ ਰਹੀ ਹੈ। ਬੇਅੰਤ ਕੌਰ ਨੂੰ ਕਿਹਾ ਗਿਆ ਕਿ ਕਾਗਜ਼ ਦੀਆਂ ਤਲਵਾਰਾਂ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਬੇਅੰਤ ਕੌਰ ਜਾਨ ਨੂੰ ਖਤਰਾ ਦੱਸ ਕੇ ਉਹ ਅਸਾਈਲਮ ਹਾਸਿਲ ਨਹੀਂ ਕਰ ਸਕਦੀ। ਤਾਂ ਇਮੀਗ੍ਰੇਸ਼ਨ ਰਿਫਿਊਜੀ ਐਕਟ ਦੀ ਗੱਲ ਕੀਤੀ ਜਾ ਰਹੀ ਹੈ। ਮਿਸ ਰਿਪਰੈਜ਼ੈਂਟੇਸ਼ਨ, ਕੰਟਰੈਕਟ ਮੈਰਿਜ, ਕਰੀਬ 20 ਪੰਨਿਆਂ ਦੀ ਜਿਹੜੀ ਇੱਕ ਫਾਈਲ ਹੈ ਉਹ ਤਿਆਰ ਕਰਕੇ ਕੈਨੇਡਾ ਸਰਕਾਰ ਦੇ ਕੋਲ ਪਹੁੰਚ ਚੁੱਕੀ ਹੈ। ਇਸ ਦੇ ਵਿੱਚ ਐਫੀਡੇਵਿਟ ਵੀ ਨੇ, ਪ੍ਰੂਫ ਵੀ ਨੇ, ਜਿਹੜੀਆਂ ਵੀ ਗਲਤੀਆਂ ਕਾਗਜ਼ ਪੱਤਰਾਂ ਦੇ ਵਿੱਚ ਬੇਅੰਤ ਕੌਰ ਦੇ ਵੱਲੋਂ ਕੀਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਮੱਦੇ-ਨਜ਼ਰ ਇੱਕ ਫਾਈਲ ਤਿਆਰ ਕਰਕੇ ਸਰਕਾਰ ਨੂੰ ਉਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਲਗਾਤਾਰ ਮੇਲ ਅਤੇ ਐਪਲੀਕੇਸ਼ਨਸ ਵੀ ਭੇਜੀਆਂ ਜਾ ਰਹੀਆਂ ਨੇ। ਰੈੱਡ ਫਲੈਗ ਲਾਉਣ ਦੀ ਵੀ ਗੱਲ ਕੀਤੀ ਗਈ ਸੀ ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ ਕਿ ਫਲੈਗ ਲੱਗ ਚੁੱਕਿਆ ਰੈੱਡ ਫਲੈਗ, ਇਸ ਕਰਕੇ ਉਹ ਕਿਸੇ ਹੋਰ ਦੇਸ਼ ਵੀ ਨਹੀਂ ਜਾ ਪਾਏਗੀ। ਹੁਣ ਦੇਖਣਾ ਹੋਵੇਗਾ ਕਿ ਬੇਅੰਤ ਕੌਰ ਡਿਪੋਰਟ ਹੁੰਦੀ ਹੈ ਜਾਂ ਫਿਰ ਇਸ ਕੇਸ ਦੇ ਵਿੱਚ ਕੋਈ ਹੋਰ ਨਵਾਂ ਖੁਲਾਸਾ ਹੁੰਦਾ ਹੈ।